ਸਤਿ ਸ੍ਰੀ ਅਕਾਲ ਜੀ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਨਿੱਘਾ ਸਵਾਗਤ। ਮੈਂ ਹਾਂ ਹਰਮੀਤ ਕੌਰ ਅਤੇ ਅੱਜ ਦੀ ਕਲਾਸ ਵਿੱਚ ਅਸੀਂ ਸੂਫੀ ਸ਼ਾਇਰ ਬੁੱਲ੍ਹੇ ਸ਼ਾਹ ਦੀ ਕਾਫੀ ਕੁਝ ਕੱਤ ਕੁੜੇ ਦੀ ਵਿਆਖਿਆ ਕਰਾਂਗੇ। ਇਸ ਕਾਫੀ ਵਿੱਚ ਸਾਈਂ ਬੁੱਲ੍ਹੇ ਸ਼ਾਹ ਨੇ ਜੀਵ ਨੂੰ ਇਸ ਸੰਸਾਰ ਰੂਪੀ ਕਰਮ ਭੂਮੀ 'ਤੇ ਰਹਿੰਦਿਆਂ ਹੋਇਆਂ ਕੁਝ ਸ਼ੁਭ ਕਰਮ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਬੁੱਲ੍ਹੇ ਸ਼ਾਹ ਅਨੁਸਾਰ ਕੁਝ ਕੱਤ ਕੁੜੇ ਨਾ ਵੱਤ ਕੁੜੇ, ਭਾਵ ਹੇ ਜੀਵ ਰੂਪੀ ਇਸਤਰੀ, ਹੇ ਮਨੁੱਖ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਆਪਣੇ ਸਰੀਰ ਰੂਪੀ ਚਰਖੇ 'ਤੇ ਕੁਝ ਸ਼ੁਭ ਕਰਮਾਂ ਰੂਪੀ ਪੂਣੀਆਂ ਕੱਤਣੀਆਂ ਸ਼ੁਰੂ ਕਰ ਦੇ, ਨਾ ਵੱਤ ਕੁੜੇ। ਹੋ ਸਕਦਾ ਹੈ ਇਸ ਸੰਸਾਰ ਦੇ ਵਿੱਚ ਤੁਹਾਨੂੰ ਦੁਬਾਰਾ ਆਉਣ ਦਾ ਮੌਕਾ ਨਾ ਨਸੀਬ ਹੋਵੇ। ਛੱਲੀ ਲਾਹ ਪਰੋਟੇ ਕੱਤ ਕੁੜੇ, ਇਸ ਲਈ ਤੂੰ ਸ਼ੁਭ ਕਰਮਾਂ ਰੂਪੀ ਛੱਲੀ ਲਾ ਕੇ ਆਪਣੇ ਲੇਖਾਂ ਰੂਪੀ ਭਰੋਟੇ ਦੇ ਵਿੱਚ ਛਿੱਕੂ ਗੋਲੇ ਦੇ ਵਿੱਚ ਪਾਉਣੀਆਂ ਸ਼ੁਰੂ ਕਰ ਦੇ। ਜੇ ਪੂਣੀ ਪੂਣੀ ਕੱਤੇਂਗੀ, ਜਿਵੇਂ ਇੱਕ ਮਾਂ ਧੀ ਦੇ ਜਨਮ ਤੋਂ ਬਾਅਦ ਹੀ ਉਸਦੇ ਦਾਜ ਦੇ ਲਈ ਸਕੀਮਾਂ ਵਿਉਂਤਾਂ ਲਾਉਣੀਆਂ ਸ਼ੁਰੂ ਕਰ ਦਿੰਦੀ ਹੈ, ਠੀਕ ਸਾਈਂ ਬੁੱਲ੍ਹੇ ਸ਼ਾਹ ਕਹਿ ਰਹੇ ਨੇ ਕਿ ਹੇ ਮਨੁੱਖ, ਤੂੰ ਵੀ ਇਸੇ ਤਰ੍ਹਾਂ ਹੀ ਸੋਝੀ ਆਉਣ ਤੋਂ ਬਾਅਦ, ਜਨਮ ਤੋਂ ਬਾਅਦ ਜਿਵੇਂ ਹੀ ਸੋਝੀ ਆਉਣੀ ਸ਼ੁਰੂ ਹੋਈ ਹੈ, ਤੂੰ ਸ਼ੁਭ ਕਰਮਾਂ ਰੂਪੀ ਪੂਣੀਆਂ ਜੋ ਨੇ ਕੱਤਣੀਆਂ ਸ਼ੁਰੂ ਕਰ ਦੇ, ਤਾਂ ਨੰਗੀ ਮੂਲ ਨਾ ਵੱਤੇਂਗੀ। ਕਿਉਂਕਿ ਜੇਕਰ ਤੂੰ ਵਕਤ ਰਹਿੰਦਿਆਂ ਸ਼ੁਭ ਕਰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੰਤ ਵੇਲੇ ਇਸ ਸੰਸਾਰ ਤੋਂ ਰੁਖਸਤ ਕਰਨ ਲੱਗਿਆਂ ਤੇਰੇ ਕੋਲ ਸ਼ੁਭ ਕਰਮਾਂ ਰੂਪੀ ਕੱਜਣ ਜਾਂ ਕੱਪੜਾ ਹੋਵੇਗਾ, ਸੈ ਵਰਿਆਂ ਦਾ ਜੇ ਕੱਤੇਂਗੀ ਤਾਂ ਕਾਗ ਮਾਰੀਗਾ ਝੁੱਟ ਕੁੜੇ। ਕਵੀ ਫਰਮਾ ਰਿਹਾ ਹੈ ਕਿ ਜੇ ਕੋਈ ਮਨੁੱਖ ਇਹ ਸੋਚੇ ਕਿ ਬੜੀ ਲੰਬੀ ਉਮਰਾਂ ਹੈ, 100 ਸਾਲ ਤੱਕ ਜੀਣਾ ਹੈ, ਅੰਤ ਵੇਲੇ ਜਾ ਕੇ ਸ਼ੁਭ ਕਰਮ ਕਰ ਲਵਾਂਗੇ, ਪਹਿਲਾਂ ਸੰਸਾਰਿਕ ਜ਼ਿੰਮੇਵਾਰੀਆਂ ਨੂੰ ਨਿਭਾ ਲਿਆ ਜਾਵੇ ਜਾਂ ਜੋ ਹੈ ਸੰਸਾਰ ਦੇ ਆਨੰਦ ਨੂੰ ਮਾਣ ਲਿਆ ਜਾਵੇ, ਤਾਂ ਕਵੀ ਇੱਥੇ ਕਹਿ ਰਿਹਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਮਨੁੱਖ ਨੂੰ ਇੰਨੀ ਲੰਬੀ ਉਮਰਾਂ ਨਸੀਬ ਹੋਵੇ। ਇਸ ਲਈ ਸ਼ੁਰੂ ਤੋਂ ਹੀ ਸ਼ੁਭ ਕਰਮ ਕਰਨੇ ਸ਼ੁਰੂ ਕਰ ਦੇ, ਕਿਉਂਕਿ ਮੌਤ ਰੂਪੀ ਕਾਗ ਦਾ ਕੋਈ ਭਰੋਸਾ ਨਹੀਂ, ਉਸਨੇ ਕਿਹੜੇ ਵੇਲੇ ਝਪੱਟਾ ਮਾਰ ਕੇ ਤੇਰੀ ਸਵਾਸਾਂ ਦੀ ਪੂੰਜੀ ਨੂੰ ਖਤਮ ਕਰ ਦੇਣਾ ਹੈ। ਵਿੱਚ ਗਫਲਤ ਜੋ ਤੈਂ ਦਿਨ ਜਾਲੇ, ਕੱਤ ਕੁਝ ਕੇ ਕੁਝ ਨਾ ਲਿਓ ਸੰਭਾਲੇ। ਕਵੀ ਕਹਿ ਰਿਹਾ ਕਿ ਸੰਸਾਰ ਦੇ ਵਿੱਚ ਰਹਿੰਦਿਆਂ ਜੋ ਵਕਤ ਲੰਘ ਗਿਆ, ਭਾਵ ਜਿਸ ਗਫਲਤ ਜਾਂ ਜੋ ਹੈ ਇੱਕ ਤਰ੍ਹਾਂ ਦੀ ਲਾਪਰਵਾਹੀ ਜਾਂ ਉਦਾਸੀਨਤਾ ਦੇ ਵਿੱਚ ਜੋ ਤੂੰ ਵਕਤ ਲੰਘਾ ਦਿੱਤਾ ਹੈ, ਜਦ ਤੱਕ ਤੈਨੂੰ ਸੋਝੀ ਨਹੀਂ ਸੀ ਉਹਦੇ ਬਾਰੇ ਸੋਚਣਾ ਬੰਦ। ਉਹ ਜੋ ਵਕਤ ਲੰਘ ਗਿਆ ਹੈ, ਜੋ ਦਿਨ ਵਿਅਰਥ ਹੋ ਗਏ ਹਨ, ਖਤਮ ਹੋ ਗਏ ਹਨ, ਕਿਸੇ ਲੇਖੇ ਨਹੀਂ ਲੱਗੇ। ਜਦੋਂ ਸੋਝੀ ਆਈ ਹੈ, ਹੁਣ ਹੀ ਤੂੰ ਇੱਕ ਤਰ੍ਹਾਂ ਦੇ ਨਾਲ ਅਵੇਅਰ ਹੋ ਜਾ, ਜਾਗਰੂਕ ਹੋ ਜਾ ਅਤੇ ਕੁਝ ਸ਼ੁਭ ਕਰਮ ਰੂਪੀ ਕਰਮ ਜੋ ਨੇ ਸ਼ੁਭ ਕਰਮ ਕਰਕੇ ਆਪਣੇ ਲੇਖਾਂ ਦੇ ਵਿੱਚ ਸੰਭਾਲਣੇ ਜੋੜਨੇ ਸ਼ੁਰੂ ਕਰ ਦੇ। ਬਾਝੋਂ ਗੁਣ ਸ਼ੌ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ। ਕਵੀ ਕਹਿ ਰਿਹਾ ਕਿ ਜਿਸ ਤਰ੍ਹਾਂ ਕੋਈ ਲੜਕੀ ਜੋ ਹੈ ਵਿਆਹ ਤੋਂ ਬਾਅਦ ਬਿਨਾਂ ਗੁਣਾਂ ਤੋਂ ਗੁਣਾਹੀਣੀ ਲੜਕੀ ਦੀ ਸਹੁਰੇ ਘਰ ਦੇ ਵਿੱਚ ਕਦਰ ਨਹੀਂ ਪੈਂਦੀ, ਠੀਕ ਇਸੇ ਤਰ੍ਹਾਂ ਹੇ ਜੀਵ, ਜੇਕਰ ਤੇਰੇ ਵਿੱਚ ਕੋਲ ਵੀ ਕੋਈ ਸਿਮਰਨ ਜਾਂ ਸ਼ੁਭ ਕਰਮ ਰੂਪੀ ਗੁਣ ਨਹੀਂ ਹੋਵੇਗਾ ਅਤੇ ਅਗਲੀ ਦਰਗਾਹ ਵਿੱਚ ਤੇਰੀ ਕੋਈ ਵੁਕਤ ਨਹੀਂ, ਵੈਲਿਊ ਨਹੀਂ ਹੋਣੀ। ਤੇਰੀ ਕਿਉਂ ਕਰ ਹੋਸੀ ਗੱਤ ਕੁੜੇ। ਅਤੇ ਜੇਕਰ ਤੇਰੇ ਕੋਲ ਸ਼ੁਭ ਕਰਮਾਂ ਰੂਪੀ ਗੁਣ ਨਾ ਹੋਵੇ ਤਾਂ ਤੇਰੀ ਇਸ ਸੰਸਾਰਿਕ ਭਵਸਾਗਰ ਤੋਂ ਗਤੀ ਕਿਸ ਤਰ੍ਹਾਂ ਹੋਏਗੀ, ਭਾਵ ਪਾਰ ਉਤਾਰਾ ਕਿਸ ਤਰ੍ਹਾਂ ਹੋਏਗਾ, ਤੂੰ ਕਿਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਸੁਰਖਰੂ ਹੋ ਕੇ ਇਸ ਸੰਸਾਰ ਤੋਂ ਰੁਖਸਤ ਕਰੇਂਗਾ। ਮਾਂ ਪਿਓ ਤੇਰੇ ਗੰਢੀ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ। ਕਵੀ ਕਹਿ ਰਿਹਾ ਕਿ ਹੇ ਜੀਵ, ਤੇਰੀ ਸਥਿਤੀ ਤਾਂ ਉਸ ਕੁੜੀ ਵਰਗੀ ਹੈ ਜਿਸ ਦੇ ਮਾਂ ਪਿਓ ਨੇ ਉਸਦਾ ਵਿਆਹ ਰੱਖ ਦਿੱਤਾ ਹੋਵੇ, ਵਿਆਹ ਦੀਆਂ ਗੰਢਾਂ ਭੇਜ ਦਿੱਤੀਆਂ ਹੋਣ। ਗੰਢਾਂ ਤੋਂ ਭਾਵ ਹੈ, ਜਿਵੇਂ ਸਿਆਣੇ ਕਹਿੰਦੇ ਨੇ ਕਿ ਆਹ ਕੰਮ ਜੋ ਹੈ ਗੰਢ ਮਾਰ ਲੈ, ਜ਼ਰੂਰ ਕਰਨਾ ਹੈ, ਭਾਵ ਇੱਕ ਤਰ੍ਹਾਂ ਦੀ ਤਾਕੀਦ ਹੈ ਕਿ ਇਹ ਕੰਮ ਹਰ ਹੀਲੇ ਹੋਣਾ ਚਾਹੀਦਾ ਹੈ, ਜਾਂ ਇਸ ਕੰਮ ਨੂੰ ਕਰਨ ਦੇ ਲਈ ਸਿਮਰਤੀ ਦੇ ਵਿੱਚ ਵਸਾ ਲੈ, ਯਾਦ ਰੱਖ ਲੈ। ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਵਿਆਹ ਰੱਖਿਆ ਜਾਂਦਾ ਸੀ ਅਤੇ ਗੰਢਾਂ ਪਾਈਆਂ ਜਾਂਦੀਆਂ ਸੀ, ਭਾਵ ਅਗਲੇ ਨੂੰ ਗੰਢ ਨੂੰ ਵੇਖਦਿਆਂ ਹੋਇਆਂ ਦਿਨ ਯਾਦ ਰਹੇਗਾ। ਠੀਕ ਇਸੇ ਤਰ੍ਹਾਂ ਕਵੀ ਕਹਿ ਰਿਹਾ ਕਿ ਹੇ ਜੀਵ ਰੂਪੀ ਇਸਤਰੀ, ਤੇਰੇ ਮਾਂ ਪਿਓ ਨੇ ਤੇਰੇ ਵਿਆਹ ਦੀਆਂ ਗੰਢਾਂ ਭੇਜ ਦਿੱਤੀਆਂ ਹਨ, ਭਾਵ ਅੰਤ ਵੇਲਾ ਨਜ਼ਦੀਕ ਆ ਰਿਹਾ ਹੈ,
ਪਰ ਤੈਨੂੰ ਅਜੇ ਵੀ ਸੁਰਤ, ਹੋਸ਼ ਜਾਂ ਸੋਝੀ ਨਹੀਂ ਆਈ। ਦਿਨ ਥੋੜ੍ਹੇ ਤੇ ਚਾਅ ਮਕਾਈਆਂ, ਨਾ ਆਸੇ ਪੇਕੇ ਵੱਤ ਕੁੜੇ। ਕਿਉਂਕਿ ਇਸ ਸੰਸਾਰ ਦੇ ਉੱਪਰ ਤੇਰੇ ਦਿਨ ਥੋੜ੍ਹੇ ਰਹਿ ਗਏ ਹਨ ਅਤੇ ਤੈਨੂੰ ਚਾਅ ਤਾਂ ਹੈ ਅਗਲੇ ਜੀਵਨ ਦਾ, ਪਰ ਅਗਲੇ ਜੀਵਨ ਦੇ ਵਿੱਚ ਤੇਰੀ ਵੁਕਤ ਤਾਂ ਹੀ ਪੈਣੀ ਹੈ ਜੇਕਰ ਸ਼ੁਭ ਕਰਮ ਤੇਰੇ ਕੋਲ ਹੋਣਗੇ। ਕਿਉਂਕਿ ਵਾਪਸ ਇਸ ਸੰਸਾਰ 'ਤੇ ਤੇਰਾ ਆਉਣਾ ਜੋ ਹੈ ਉਸੇ ਤਰ੍ਹਾਂ ਮੁਸ਼ਕਿਲ ਹੋ ਜਾਣਾ ਹੈ ਜਿਵੇਂ ਵਿਆਹ ਤੋਂ ਬਾਅਦ ਪੇਕੇ ਘਰ ਕੁੜੀ ਦਾ ਪਰਤਣਾ ਮੁਸ਼ਕਿਲ ਹੋ ਜਾਂਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਕਿਉਂਕਿ ਉਸ ਵੇਲੇ ਇਹ ਤਾਕੀਦ ਹੁੰਦੀ ਸੀ ਕੁੜੀਆਂ ਨੂੰ ਕਿ ਡੋਲੀ ਪੇਕਿਓਂ ਅਤੇ ਜਨਾਜ਼ਾ ਸਹੁਰਿਓਂ। ਇਸ ਲਈ ਉਹਨਾਂ ਦੇ ਲਈ ਵਿਆਹ ਤੋਂ ਬਾਅਦ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੁੰਦਾ ਸੀ। ਠੀਕ ਇਸੇ ਤਰ੍ਹਾਂ ਇਸ ਸੰਸਾਰਿਕ ਭਵਸਾਗਰ ਦੇ ਵਿੱਚ ਤੇਰਾ ਆਉਣਾ ਮੁਸ਼ਕਿਲ ਹੋ ਜਾਵੇਗਾ। ਜੇ ਦਾਜ ਵੀ ਹੋਣੀ ਜਾਵੇਗੀ ਤਾਂ ਭਲੀ ਕਿਸੇ ਨਾ ਭਾਵੇਂਗੀ। ਜਿਸ ਤਰ੍ਹਾਂ ਕੋਈ ਲੜਕੀ ਜੋ ਹੈ ਗੁਣਾ ਰੂਪੀ ਦਾਜ ਤੋਂ ਬਿਨਾਂ ਸਹੁਰੇ ਘਰ ਪ੍ਰਵੇਸ਼ ਕਰੇ ਤਾਂ ਉਸ ਦਾ ਅੱਗੇ ਉਸ ਢੰਗ ਨਾਲ ਸਵਾਗਤ ਨਹੀਂ ਹੁੰਦਾ, ਕਿਉਂਕਿ ਹਰ ਇਨਸਾਨ ਜੋ ਹੈ ਉਸਨੂੰ ਕੰਮ ਪਿਆਰਾ ਹੁੰਦਾ ਹੈ, ਗੁਣ ਪਿਆਰੇ ਹੁੰਦੇ ਹਨ। ਤਾਂ ਭਲੀ ਕਿਸੇ ਨਾ ਭਾਵੇਂਗੀ। ਗੁਣਾਂ ਤੋਂ ਹੀਣਾ, ਗੁਣਾਂ ਤੋਂ ਹੌਲਾ ਸ਼ਖਸ ਜੋ ਹੈ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਠੀਕ ਇਸੇ ਤਰ੍ਹਾਂ ਅਗਲੀ ਦਰਗਾਹ ਦੇ ਵਿੱਚ ਜੇ ਤੇਰੇ ਕੋਲ ਨਾਮ ਰੂਪੀ ਦਾਜ ਨਾ ਹੋਵੇਗਾ, ਸ਼ੁਭ ਕਰਮ ਰੂਪੀ ਦਾਜ ਨਾ ਹੋਵੇਗਾ ਅਤੇ ਤੂੰ ਉੱਥੇ ਕਿਸੇ ਨੂੰ ਵੀ ਚੰਗੀ ਨਹੀਂ ਲੱਗੇਗੀ। ਉੱਥੇ ਸ਼ੌਹ ਨੂੰ ਕਿਵੇਂ ਰਿਝਾਵੇਂਗੀ, ਕੁਝ ਲੈ ਫੱਕਰਾਂ ਦੀ ਮੱਤ ਕੁੜੇ। ਕਵੀ ਕਹਿ ਰਿਹਾ ਹੈ ਕਿ ਸ਼ੌਹ ਯਾਨੀ ਕਿ ਆਪਣੇ ਪਤੀ ਰੂਪੀ ਪਰਮਾਤਮਾ ਨੂੰ, ਉਸ ਮਾਲਕ ਨੂੰ ਕਿਵੇਂ ਰਿਝਾਵੇਂਗੀ ਜੇਕਰ ਤੇਰੇ ਪੱਲੇ ਕੁਝ ਗੁਣ ਨਾ ਹੋਵੇਗਾ। ਇਸ ਲਈ ਵਕਤ ਰਹਿੰਦਿਆਂ ਲੈ ਫੱਕਰਾਂ ਦੀ ਮੱਤ ਕੁੜੇ। ਕਿਉਂਕਿ ਫਕੀਰ ਲੋਕ ਜਿਹੜੇ ਨੇ ਸੱਚੀ ਗੱਲ, ਸੰਤ ਸੁਭਾਅ ਦੇ ਫਕੀਰ ਲੋਕ ਜਿਹੜੇ ਨੇ ਉਹ ਸੱਚੀ ਗੱਲ ਮੂੰਹ 'ਤੇ ਕਹਿਣ ਦੀ ਸਮਰੱਥਾ ਰੱਖਦੇ ਨੇ। ਇਸ ਲਈ ਕਵੀ ਕਹਿ ਰਿਹਾ ਕਿ ਮੇਰੀ ਗੱਲ ਨੂੰ ਗੰਢ ਬੰਨ੍ਹ ਲੈ, ਯਾਦ ਰੱਖ। ਇਸ ਨੂੰ ਕੰਨਾਂ ਤੋਂ ਸੁਣ ਕੇ, ਇੱਕ ਕੰਨ ਤੋਂ ਸੁਣ ਕੇ ਦੂਸਰੇ ਕੰਨੋਂ ਕੱਢ ਨਾ ਦਵੀਂ ਹੇ ਜੀਵ। ਮੇਰੀ ਸਿੱਖਿਆ 'ਤੇ ਅਮਲ ਕਰ, ਕੰਮ ਆਵੇਗੀ ਤੇਰੇ। ਤੇਰੇ ਨਾਲ ਦੀਆਂ ਦਾਜ ਰੰਗਾਏ ਨਹੀਂ, ਉਹਨਾਂ ਸੂਹੇ ਸਾਲੂ ਪਾਏ ਨਹੀਂ। ਫਿਰ ਕਵੀ ਕਹਿ ਰਿਹਾ ਕਿ ਤੇਰੇ ਨਾਲ ਦੀਆਂ ਬਾਕੀ ਜੀਵ ਰੂਪੀ ਮਨੁੱਖ ਨੇ ਜਿਹੜੇ, ਉਹਨਾਂ ਨੇ ਤਾਂ ਸ਼ੁਭ ਕਰਮ ਰੂਪੀ ਦਾਜ ਇਕੱਠੇ ਕਰ ਲਏ ਨੇ ਅਤੇ ਉਹਨਾਂ ਨੂੰ ਤਾਂ ਅੰਤ ਵੇਲੇ ਜਾਣ ਦਾ ਕੋਈ ਦੁੱਖ ਨਹੀਂ ਹੈ, ਕੋਈ ਗਮ ਨਹੀਂ ਹੈ। ਉਹਨਾਂ ਦੀ ਸਥਿਤੀ ਉਸੇ ਤਰ੍ਹਾਂ ਹੈ ਜਿਵੇਂ ਵਿਆਹ ਵੇਲੇ ਜੋ ਹੈ ਕੁੜੀ ਸੂਹੇ ਕੱਪੜੇ ਪਾ ਕੇ ਬੜੇ ਚਾਵਾਂ ਦੇ ਨਾਲ ਸਹੁਰੇ ਘਰ ਪ੍ਰਵੇਸ਼ ਕਰਦੀ ਹੈ। ਠੀਕ ਇਸੇ ਤਰ੍ਹਾਂ ਜਿਨ੍ਹਾਂ ਜੀਵਾਂ ਨੇ ਸੰਸਾਰ 'ਤੇ ਰਹਿੰਦਿਆਂ ਹੋਇਆਂ ਚੰਗੇ ਕਰਮ ਕੀਤੇ ਹਨ, ਉਹਨਾਂ ਨੂੰ ਮੌਤ ਤੋਂ ਬਾਅਦ ਵਾਲੇ ਜਹਾਨ ਦਾ ਕੋਈ ਫਿਕਰ ਨਹੀਂ ਹੈ। ਤੂੰ ਪੈਰ ਉਲਟੇ ਕਿਉਂ ਚਾਏ ਨੇ। ਕਵੀ ਕਹਿ ਰਿਹਾ ਕਿ ਹੇ ਜੀਵ, ਤੂੰ ਪੈਰ ਉਲਟੇ ਕਿਉਂ ਚਾਏ ਨਹੀਂ, ਭਾਵ ਉਹ ਕੰਮ ਕਰ ਰਿਹਾ ਹੈ ਜਿਹੜੇ ਨਹੀਂ ਕਰਨੇ ਚਾਹੀਦੇ। ਤੂੰ ਪੁੱਠੇ ਕਦਮਾਂ ਵਾਲਾ ਇਨਸਾਨ ਹੈ, ਭਾਵ ਅੱਗੇ ਨੂੰ ਵਧਣਾ ਚਾਹੀਦਾ ਹੈ, ਕੁਝ ਚੰਗਾ ਕਰਨਾ ਚਾਹੀਦਾ ਹੈ, ਪਰ ਤੂੰ ਪਿਛਾਂਹ ਨੂੰ ਚੱਲ ਰਿਹਾ ਹੈ, ਬੁਰੇ ਕਰਮ ਕਰ ਰਿਹਾ ਹੈ। ਉੱਥੇ ਜਾਏ ਤਾਂ ਲੱਗੇ ਤੱਤ ਕੁੜੇ। ਕਿਉਂਕਿ ਜਦੋਂ ਅਗਲੀ ਦਰਗਾਹ ਵਿੱਚ ਜਾਏਗਾ ਤਾਂ ਤੈਨੂੰ ਜੋ ਹੈ ਇਹਨਾਂ ਮੇਰੀਆਂ ਗੱਲਾਂ ਦਾ ਸਾਰ, ਹਕੀਕਤ ਸਮਝ ਆਏਗੀ। ਬੁੱਲਾ ਸ਼ੌਹ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ। ਸਾਈਂ ਬੁੱਲੇ ਸ਼ਾਹ ਕਹਿ ਰਹੇ ਨੇ ਕਿ ਸ਼ੌਹ ਯਾਨੀ ਕਿ ਪਤੀ ਰੂਪੀ ਪਰਮਾਤਮਾ ਜੋ ਹੈ ਜਦੋਂ ਘਰ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਹ ਜੀਵ ਰੂਪੀ ਇਸਤਰੀ ਨੂੰ ਤਾਂ ਹੀ ਗਲ ਨਾਲ ਲਾਉਂਦਾ ਹੈ, ਉਹਨੂੰ ਪਿਆਰ ਕਰਦਾ ਹੈ, ਭਾਵ ਉਸਦੇ ਗੁਣਾਂ ਦੀ ਕਦਰ ਕਰਦਾ ਹੈ ਜੇਕਰ ਉਸਦੇ ਪੱਲੇ ਕੋਈ ਗੁਣ ਹੋਣ। ਚੂੜਾ ਬੀੜਾ ਸਭ ਸੁਹਾਵੇ। ਔਰ ਇੱਕ ਸੁਹਾਗਣ ਇਸਤਰੀ ਜੋ ਹੈ ਉਸ ਨੂੰ ਹਰ ਤਰ੍ਹਾਂ ਦਾ ਸ਼ਿੰਗਾਰ ਤਾਂ ਹੀ ਸ਼ੋਭਾ ਦਿੰਦਾ ਹੈ ਜੇਕਰ ਉਸਦੇ ਪਤੀ ਦੇ ਰੂਪੀ ਪਰਮਾਤਮਾ ਦੇ ਦਿਲ ਦੇ ਵਿੱਚ ਉਸਦੀ ਕੋਈ ਕਦਰ ਹੋਵੇ। ਗੁਣ ਹੋਸੀ ਤਾਂ ਗਲ ਲਾਵੇ। ਅਤੇ ਉਸਦੀ ਕਦਰ ਤਾਂ ਬਣਦੀ ਹੈ ਪਤੀ ਰੂਪੀ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਜੇਕਰ ਉਸਦੇ ਪੱਲੇ ਕੁਝ ਗੁਣ ਹੁੰਦਾ ਹੈ, ਕੋਈ ਗਿਆਨ ਹੁੰਦਾ ਹੈ। ਨਹੀਂ ਰੋਸੇ ਨੈਣੀ ਰੱਤ ਕੁੜੇ। ਨਹੀਂ ਤਾਂ ਹੇ ਜੀਵ, ਤੈਨੂੰ ਖੂਨ ਦੇ ਹੰਝੂ ਵਹਾਉਣੇ ਪੈਣਗੇ, ਪਛਤਾਉਣਾ ਪਵੇਗਾ, ਪਰ ਇਸ ਤੋਂ ਬਿਨਾਂ ਤੈਨੂੰ ਤੇਰੇ ਹਿੱਸੇ ਕੁਝ ਵੀ ਨਹੀਂ, ਪਛਤਾਵੇ ਤੋਂ ਬਿਨਾਂ ਕੁਝ ਵੀ ਤੇਰੇ ਪੱਲੇ ਨਹੀਂ ਪੈਣਾ ਜੇਕਰ ਤੂੰ ਵਕਤ ਰਹਿੰਦਿਆਂ ਇਸ ਸੰਸਾਰ 'ਤੇ ਆਪਣੇ ਜੀਵਨ ਦਾ, ਆਪਣੇ ਵਰਤਮਾਨ ਦਾ, ਆਪਣੇ ਸਮੇਂ ਦਾ ਸਹੀ ਸਦਉਪਯੋਗ ਨਾ ਕੀਤਾ। ਧੰਨਵਾਦ।